Dear students, today we will start a new chapter inflation कि जो साडा सिलेबस ਦੇ ਅਕੋਰਡਿੰਗ 4th ਯੂਨਿਟ ਦਾ ਪਹਿਲਾ ਚੈਪਟਰ ਹੈ ਉਹ ਮਹਿੰਗਾਈ ਮੁਦਰਾਸਫੀਤੀ ਇਨਫਲੇਸ਼ਨ ਹੈ। ਸੋ ਇਸ ਦੇ ਵਿੱਚ ਅਸੀਂ ਪੜਾਂਗੇ ਕਿ ਇਨਫਲੇਸ਼ਨ ਕੀ ਹੈ, what is inflation, what are its types, what is the demand pull and cost push theory of inflation and what are the various measures to control inflation। ਕਿ ਮਹਿੰਗਾਈ ਕੀ ਹੈ, ਇਸ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ, ਮਹਿੰਗਾਈ ਦੀ ਜੋ ਮੰਗ ਪ੍ਰੇਰਿਤ ਜਾਂ ਕੀਮਤ ਪ੍ਰੇਰਿਤ ਸਿਧਾਂਤ ਕੀ ਹੈ, ਕੀਮਤਾਂ ਵਿੱਚ ਵਾਧਾ ਕਿਉਂ ਹੁੰਦਾ ਹੈ ਅਤੇ ਕੀਮਤਾਂ ਵਿੱਚ ਹੋਏ ਵਾਧੇ ਨੂੰ ਅਸੀਂ ਕਿਸ ਤਰ੍ਹਾਂ ਕਾਬੂ ਕਰ ਸਕਦੇ ਹਾਂ, ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਸੋ ਸਭ ਤੋਂ ਪਹਿਲਾਂ ਇਹਦੀ ਇੰਟਰੋਡਕਸ਼ਨ ਦੇ ਵਿੱਚ ਅਸੀਂ ਇਹਦੀ ਮੀਨਿੰਗ ਤੇ ਡੈਫੀਨੇਸ਼ਨ ਪੜਾਂਗੇ। ਇਨਫਲੇਸ਼ਨ ਇਜ਼ ਅ ਸਿਚੁਏਸ਼ਨ ਆਫ ਪਰਸਿਸਟੈਂਟ ਐਂਡ ਸਬਸਟੈਂਸ਼ੀਅਲ ਰਾਈਜ਼ ਇਨ ਜਨਰਲ ਪ੍ਰਾਈਸ ਲੈਵਲ। ਅਸੀਂ ਪਿਛਲੇ ਕੁਝ ਚੈਪਟਰਸ ਦੇ ਵਿੱਚ ਜਨਰਲ ਪ੍ਰਾਈਸ ਲੈਵਲ ਦੇ ਬਾਰੇ ਪੜਿਆ ਹੈ। ਇਹ ਕਿਸੇ ਇੱਕ ਵਸਤੂ ਦੀ ਕੀਮਤ ਨਾ ਹੋ ਕੇ ਉਹਨਾਂ ਸਾਰੀਆਂ ਵਸਤੂਆਂ ਦੀ ਕੀਮਤ ਹੈ ਜਿਹੜੀਆਂ ਕਿ ਔਸਤਨ ਹਰ ਇਨਸਾਨ ਆਪਣੇ ਰੋਜ਼ਮर्रा ਦੇ ਜੀਵਨ ਵਿੱਚ ਇਸਤੇਮਾਲ ਕਰਦਾ ਹੈ। ਸੋ ਇੱਕ ਇਸ ਤਰ੍ਹਾਂ ਦਾ ਪ੍ਰਾਈਸ, ਇੱਕ ਇਸ ਤਰ੍ਹਾਂ ਦਾ ਕੀਮਤ ਪੱਧਰ ਜੋ ਕਿ ਦੱਸਦਾ ਹੈ ਕਿ ਔਸਤਨ ਕੀਮਤਾਂ ਕੀ ਨੇ, ਕੀਮਤਾਂ ਵਿੱਚ ਕਿੰਨਾ ਪਰਿਵਰਤਨ ਹੋਇਆ ਹੈ। ਸੋ ਇਹਦੇ ਵਿੱਚ ਉਹ ਸਾਰੀਆਂ ਵਸਤੂਆਂ ਵੀ ਇਨਕਲੂਡ ਆਲ ਦੋਜ਼ ਕਮੋਡਿਟੀਜ਼ ਸਰਵਿਸਿਜ਼ ਵਿਚ ਆਰ ਯੂਜ਼ਡ ਬਾਈ ਆਲ ਪੀਪਲ ਇਨ ਜਨਰਲ and it is an average price of all these commodities। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰੀ ਵਸਤੂਆਂ ਜਿਸ ਤਰ੍ਹਾਂ ਕਿ ਫਰੂਟ, ਵੈਜੀਟੇਬਲਸ, ਪੈਟਰੋਲ, ਕਲੋਥ, ਮਿਲਕ ਐਟਸੈਟਰਾ, ਕਿ ਕਈ ਉਹ ਪਦਾਰਥ ਜੋ ਕਿ ਹਰ ਇਨਸਾਨ ਇਸਤੇਮਾਲ ਕਰਦਾ ਹੈ, ਫਲ, ਸਬਜ਼ੀਆਂ, ਜਾਂ ਇਸ ਦੇ ਵਿੱਚ ਪੈਟਰੋਲ ਦੀ ਗੱਲ ਕਰ ਸਕਦੇ ਹਾਂ ਆਪਾਂ। ਸੋ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਹੈ ਉਹ ਹਰ ਵਿਅਕਤੀ ਅਮੀਰ ਗਰੀਬ ਉਹ ਇਸਤੇਮਾਲ ਕਰਦਾ ਹੈ। ਤੇ ਜਦੋਂ ਇਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਅਸੀਂ ਇਸ ਨੂੰ ਇਨਫਲੇਸ਼ਨ ਕਹਿ ਸਕਦੇ ਹਾਂ। ਤਾਂ ਇਨਫਲੇਸ਼ਨ ਕੀ ਹੈ? ਇਜ਼ ਅ ਸਿਚੁਏਸ਼ਨ ਆਫ ਪਰਸਿਸਟੈਂਟ ਐਂਡ ਸਬਸਟੈਂਸ਼ੀਅਲ ਰਾਈਜ਼ ਇਨ ਜਨਰਲ ਪ੍ਰਾਈਸ ਲੈਵਲ, ਕਿ ਜਦੋਂ ਸਧਾਰਨ ਕੀਮਤ ਪੱਧਰ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੁੰਦਾ ਹੈ ਅਤੇ ਇਹ ਵਾਧਾ ਲਗਾਤਾਰ ਹੁੰਦਾ ਹੈ ਤਾਂ ਇਸ ਨੂੰ ਅਸੀਂ ਮਹਿੰਗਾਈ ਕਹਿ ਸਕਦੇ ਹਾਂ। ਅਰਥਾਤ ਮਹਿੰਗਾਈ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਕੀਮਤਾਂ ਦੇ ਵਿੱਚ ਸਧਾਰਨ ਕੀਮਤ ਪੱਧਰ ਦੇ ਵਿੱਚ ਲੰਬੇ ਸਮੇਂ ਲਈ ਜਾਂ ਲਗਾਤਾਰ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ। ਅਰਥਾਤ ਜੇ ਕੀਮਤਾਂ ਥੋੜ੍ਹੀਆਂ ਬਹੁਤੀਆਂ ਵਧ ਰਹੀਆਂ ਹਨ ਤਾਂ ਉਸ ਨੂੰ ਇਨਫਲੇਸ਼ਨ ਨਹੀਂ ਜਾਂ ਮਹਿੰਗਾਈ ਨਹੀਂ ਕਿਹਾ ਜਾ ਸਕਦਾ, ਅਤੇ ਜੇ ਕੀਮਤਾਂ ਬਹੁਤ ਥੋੜ੍ਹੇ ਸਮੇਂ ਲਈ ਵਧੀਆਂ ਹਨ ਉਸ ਨੂੰ ਵੀ ਮਹਿੰਗਾਈ ਨਹੀਂ ਕਿਹਾ ਜਾਂਦਾ। ਸੋ ਮਹਿੰਗਾਈ ਕੀ ਹੈ, ਵਾਟ ਇਜ਼ ਇਨਫਲੇਸ਼ਨ। ਸੋ ਅਸੀਂ ਇਸ ਨੂੰ ਕਿਸ ਤਰ੍ਹਾਂ ਦੇਖੀਏ। ਸੋ ਇਹਦੇ ਵਿੱਚ ਅਸੀਂ ਦੇਖਾਂਗੇ ਕਿ ਇਨਫਲੇਸ਼ਨ ਕਿਸ ਤਰ੍ਹਾਂ, ਕੀਮਤਾਂ ਕਿਸ ਤਰ੍ਹਾਂ ਰਹੀਆਂ ਹਨ, ਕਿੱਦਾਂ ਚੇਂਜ ਹੁੰਦੀਆਂ ਹਨ। The present chapter discusses some of the basic concepts and issues relating to inflation, such as type of inflation, demand pull and cost push, inflation causes and effect of inflation, etc. But we will see as per our syllabus what we need to discuss. Now first, let us see what is inflation and how we define it. For a layman point of view, inflation is a state of rise in general price level in the economy। ਕਿ ਆਮ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਏ ਤਾਂ ਜਿਸ ਨੂੰ ਅਸੀਂ ਮਹਿੰਗਾਈ ਕਹਿੰਦੇ ਹਾਂ ਤਾਂ ਇਸ ਤੋਂ ਭਾਵ ਇਹੀ ਹੈ ਕਿ ਸਧਾਰਨ ਕੀਮਤ ਪੱਧਰ ਜਦੋਂ ਵੱਧਦਾ ਹੈ, ਕੀਮਤਾਂ ਵਸਤੂਆਂ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਉਸ ਨੂੰ ਅਸੀਂ ਮਹਿੰਗਾਈ ਕਹਿੰਦੇ ਹਾਂ। ਕਿ ਜਦੋਂ ਸਧਾਰਨ ਕੀਮਤ ਪੱਧਰ ਵਧੇਗਾ ਤਾਂ ਇਸ ਨੂੰ ਅਸੀਂ ਮਹਿੰਗਾਈ ਕਹਿ ਸਕਦੇ ਹਾਂ ਆਮ ਬੰਦੇ ਦੇ ਜੋ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ। ਇਕੋਨੋਮਿਸਟ ਡਿਫਾਈਨਡ ਦ ਕੰਸੈਪਟ ਆਫ ਇਨਫਲੇਸ਼ਨ ਡਿਫਰੈਂਟਲੀ, ਪਰ ਜੋ ਅਰਥ ਸ਼ਾਸਤਰੀ ਹਨ ਉਹ ਇਨਫਲੇਸ਼ਨ ਨੂੰ ਕਿਸੇ ਹੋਰ ਤਰੀਕੇ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਜੋ ਹੈ ਪਰਿਭਾਸ਼ਿਤ ਕਰਦੇ ਹਨ। ਸੋ ਇਹ ਕੀ ਹੈ, ਕਿਸ ਤਰ੍ਹਾਂ ਵੱਖ-ਵੱਖ ਤਰੀਕਿਆਂ ਨਾਲ ਇਸ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਸਮ ਆਫ ਦ ਵੈਲ ਐਕਸੈਪਟਡ ਡੈਫੀਨੇਸ਼ਨਸ ਆਰ ਐਜ਼ ਅੰਡਰ, ਕਿ ਕੁਝ ਜੋ ਪਰਿਭਾਸ਼ਾਵਾਂ ਸਾਰੇ ਮੰਨਦੇ ਹਨ ਜਿਸ ਨੂੰ ਕਬੂਲ ਕੀਤਾ ਜਾਂਦਾ ਹੈ। According to Peterson, the word inflation in the broadest possible sense refers to any increase in general price level which is sustained and non-seasonal in character। So Peterson ਜੋ ਕਹਿ ਰਹੇ ਹਨ ਕਿ ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਕੀਮਤਾਂ ਵਿੱਚ ਸਧਾਰਨ ਕੀਮਤ ਪੱਧਰ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਕਾਫੀ ਦੇਰ ਤੱਕ ਵਾਧਾ ਹੋ ਰਿਹਾ ਹੈ, ਅਤੇ ਜੋ ਨਾਨ ਸੀਜ਼ਨਲ ਇਨ ਕਰੈਕਟਰ, ਅਰਥਾਤ ਜਦੋਂ ਸੀਜ਼ਨ ਹੁੰਦਾ ਹੈ ਅਸੀਂ ਜਾਣਦੇ ਹਾਂ ਕਈ ਚੀਜ਼ਾਂ ਦੀ ਮੰਗ ਵੱਧਦੀ ਹੈ ਤਾਂ ਕੀਮਤਾਂ ਵੱਧਦੀਆਂ ਹਨ, ਪਰੰਤੂ ਇਹ ਉਹ ਵਾਧਾ ਹੈ ਜੋ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਹੈ ਅਤੇ ਇਸ ਦੇ ਵਿੱਚ ਇਹ ਵਾਧਾ ਕਿਸੇ ਹੋਰ ਵਜ੍ਹਾ ਕਰਕੇ ਹੋ ਸਕਦਾ ਹੈ ਕਿ ਨਾ ਕਿ ਕੋਈ ਖਾਸ ਮੌਸਮ ਵਗੈਰਾ ਆਉਣ ਕਰਕੇ। ਇਹਦਾ ਮਤਲਬ ਜੋ ਮੌਸਮ
ਦੇ ਬਦਲਣ ਕਰਕੇ ਜਾਂ ਕਿਸੇ ਮੌਸਮ ਖਾਸ ਆਉਣ ਕਰਕੇ ਉਹ ਕੀਮਤਾਂ ਵੱਧਦੀਆਂ ਹਨ, ਉਸ ਨੂੰ ਅਸੀਂ ਮਹਿੰਗਾਈ ਨਹੀਂ ਕਹਿ ਸਕਦੇ। ਦੈਨ ਇਨ ਵਰਡਸ ਆਫ ਸਮਿਊਲਸਨ, ਬਾਈ ਇਨਫਲੇਸ਼ਨ ਵੀ ਮੀਨ a time of generally rising prices। ਸੋ ਸਮਿਊਲਸਨ ਬਹੁਤ ਹੀ ਸਿੰਪਲ ਭਾਸ਼ਾ ਯੂਜ਼ ਕਰਦੇ ਹਨ ਕਿ ਮਹਿੰਗਾਈ ਤੋਂ ਭਾਵ ਇਹੀ ਹੈ ਕਿ ਜਦੋਂ ਸਧਾਰਨ ਕੀਮਤ ਪੱਧਰ ਦੇ ਵਿੱਚ ਵਾਧਾ ਹੋ ਰਿਹਾ ਹੈ। ਦੈਨ ਅਕੋਰਡਿੰਗ ਟੂ ਸ਼ਪੀਰੋ, ਸੋ ਇਹ ਕਾਫੀ ਜ਼ਿਆਦਾ ਪ੍ਰਿਸਾਈਜ਼ ਤੇ ਕਾਫੀ ਜ਼ਿਆਦਾ ਸੰਖੇਪ ਦੇ ਵਿੱਚ ਅਤੇ ਬਹੁਤ ਪ੍ਰਭਾਵਸ਼ਾਲੀ ਜੋ परिभाषा लग रही है। अकॉर्डिंग टू शपीरो, इन्फ्लेशन इज सिंपली ए परसिस्टेंट एंड एप्रीशिएबल राइज इन जनरल प्राइस लेवल। कि जो महंगाई है वो कुछ नहीं है, वो सरलता यही है कि सरल भाषा में यही कहा जा सकता है कि महंगाई की है ये सधारण कीमत पद्धर ਵਿੱਚ ਲੰਬੇ ਸਮੇਂ ਤੋਂ ਅਤੇ ਬਹੁਤ ਜ਼ਿਆਦਾ ਹੋਣ ਵਾਲੇ ਵਾਧੇ ਨੂੰ ਕਿਹਾ ਜਾ ਸਕਦਾ ਹੈ ਕਿ ਜੋ ਕੀਮਤ ਪੱਧਰ ਹੈ ਪਰਸਿਸਟੈਂਟਲੀ ਲਗਾਤਾਰ ਤੇ ਕਾਫੀ ਜ਼ਿਆਦਾ ਉਸ ਵਿੱਚ ਵਾਧਾ ਹੋ ਰਿਹਾ ਹੈ। ਜਦੋਂ ਸਧਾਰਨ ਕੀਮਤ ਪੱਧਰ ਵਿੱਚ ਲਗਾਤਾਰ ਅਤੇ ਕਾਫੀ ਜ਼ਿਆਦਾ ਵਾਧਾ ਹੋਏਗਾ, ਜਿਸ ਨੂੰ ਕਿ ਮਹਿਸੂਸ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਕੀਮਤਾਂ ਬਹੁਤ ਵੱਧ ਗਈਆਂ ਹਨ, ਉਹਨਾਂ ਦੇ ਪੈਸੇ ਦੀ ਉਹ ਕੀਮਤ ਨਹੀਂ ਰਹੀ ਹੈ, ਤਾਂ ਇਸ ਕਰਕੇ ਇਹਨੂੰ ਅਸੀਂ ਮਹਿੰਗਾਈ ਕਹਿ ਸਕਦੇ ਹਾਂ। ਸੋ ਸ਼ਪੀਰੋ ਦੇ ਅਨੁਸਾਰ ਮਹਿੰਗਾਈ ਤੋਂ ਭਾਵ ਇਹੀ ਹੈ ਕਿ ਜਦੋਂ ਕੀਮਤਾਂ ਵਿੱਚ ਲਗਾਤਾਰ ਅਤੇ ਕਾਫੀ ਜ਼ਿਆਦਾ ਵਾਧਾ ਹੋਏਗਾ ਤਾਂ ਅਸੀਂ ਇਸ ਨੂੰ ਮਹਿੰਗਾਈ ਕਹਾਂਗੇ, ਮੁਦਰਾ ਸਫੀਤੀ ਕਹਾਂਗੇ। ਦਿਸ ਇਜ਼ ਹਾਊ ਵੀ ਕੈਨ ਐਕਸਪਲੇਨ ਦ ਮੀਨਿੰਗ ਐਂਡ ਡਿਫਾਈਨ ਇਨਫਲੇਸ਼ਨ। ਇਹ ਦੱਸ ਸਕਦੇ ਹਾਂ ਕਿ ਮਹਿੰਗਾਈ ਕੀ ਹੈ ਤੇ ਮਹਿੰਗਾਈ ਦੀ ਪਰਿਭਾਸ਼ਾ ਕੀ ਹੈ। ਸੋ ਇਸ ਦੇ ਬਾਰੇ ਕੇਨਜ਼ੀਅਨ ਵਿਊ ਕੀ ਹੈ ਇਨਫਲੇਸ਼ਨ ਦੇ ਬਾਰੇ, ਜੋ ਕਿ ਇਸ ਦੀ ਅਸੀਂ ਟਾਈਪ ਵੀ ਪੜ੍ਹ ਸਕਦੇ ਹਾਂ। ਕੇਨਜ਼ ਇਸ ਨੂੰ ਦੋ ਤਰ੍ਹਾਂ ਨਾਲ ਦੱਸਦੇ ਹਨ, ਸੈਮੀ ਇਨਫਲੇਸ਼ਨ ਐਂਡ ਦੈਨ ਫੁੱਲ ਇਨਫਲੇਸ਼ਨ। ਕੇਨਜ਼ ਦੇ ਮੁਤਾਬਕ ਜੇ ਕੀਮਤਾਂ ਵਿੱਚ ਵਾਧਾ ਹੋਏਗਾ ਪੂਰਨ ਰੁਜ਼ਗਾਰ ਤੋਂ ਪਹਿਲਾਂ, ਅਰਥਾਤ ਫੁੱਲ ਇੰਪਲਾਇਮੈਂਟ ਅਜੇ ਨਹੀਂ ਆਈ ਹੈ, ਬਟ ਈਵਨ ਦੈਨ before full employment, when there is increase in supply of money, with this there is increase in employment and output as well. So whenever price rises before full employment, so ਕਿਉਂਕਿ ਜਦੋਂ ਪੂਰਨ ਰੁਜ਼ਗਾਰ ਤੋਂ ਪਹਿਲਾਂ ਜੇਕਰ ਮੁਦਰਾ ਦੀ ਪੂਰਤੀ ਵੱਧਦੀ ਹੈ ਤਾਂ ਉਸ ਦੇ ਨਾਲ ਜੋ ਹੈ ਆਊਟਪੁੱਟ ਇੰਪਲੋਇਮੈਂਟ ਜ਼ਰੂਰ ਵੱਧਦਾ ਹੈ, ਇਸ ਕਰਕੇ ਕੀਮਤਾਂ ਵਿੱਚ ਉਨਾ ਵਾਧਾ ਨਹੀਂ ਹੁੰਦਾ। ਇਸ ਨੂੰ ਉਹ ਸੈਮੀ ਇਨਫਲੇਸ਼ਨ ਕਹਿੰਦੇ ਹਨ, ਅਰਧ ਜੋ ਮਹਿੰਗਾਈ ਕਹਿ ਰਹੇ ਹਨ। ਇਹਦਾ ਮਤਲਬ ਇਹ ਪੂਰੀ ਮਹਿੰਗਾਈ ਨਹੀਂ ਹੈ, ਇਹ ਤਾਂ ਕੁਝ ਸਮਾਂ ਹੈ ਜੋ ਲੱਗ ਰਿਹਾ ਹੈ ਕਿ ਪੂਰਤੀ ਜੋ ਹੈ ਉਹ ਉਨੀ ਇੱਕਦਮ ਨਹੀਂ ਵੱਧਦੀ ਹੈ ਅਤੇ ਇਸ ਕਰਕੇ ਜੋ ਕੀਮਤਾਂ ਹੈ ਥੋੜ੍ਹੀਆਂ ਥੋੜ੍ਹੀਆਂ ਵੱਧ ਜਾਂਦੀਆਂ ਹਨ, ਪਰ ਇਸ ਨੂੰ ਉਹ ਸੈਮੀ ਇਨਫਲੇਸ਼ਨ ਹੀ ਕਹਿੰਦੇ ਹਨ। ਕੇਨਜ਼ ਕੀ ਕਹਿੰਦੇ ਹਨ ਇਸ ਦੇ ਬਾਰੇ ਕਿ ਸੱਚ ਐਨ ਇਨਫਲੇਸ਼ਨ ਇਜ਼ ਮੇਨਲੀ ਡਿਊ ਟੂ ਹਿੰਡਰੈਂਸਸ ਇਨ ਦ ਮੋਬਿਲਿਟੀ ਆਫ ਫੈਕਟਰ ਆਫ ਪ੍ਰੋਡਕਸ਼ਨ। ਕਿਉਂਕਿ ਥੋੜਾ ਸਮਾਂ ਹੈ, ਇਸ ਕਰਕੇ ਜੋ ਫੈਕਟਰ ਆਫ ਪ੍ਰੋਡਕਸ਼ਨ ਉਹ ਪੂਰੀ ਤਰ੍ਹਾਂ ਗਤੀਸ਼ੀਲ ਨਹੀਂ ਹਨ, ਉਤਪਾਦਨ ਦੇ ਸਾਧਨ ਗਤੀਸ਼ੀਲ ਨਹੀਂ ਹਨ। ਇਟ ਇਜ਼ ਆਲਸੋ ਕਾਲਡ ਬੋਟਲਨੈਕ ਇਨਫਲੇਸ਼ਨ, ਕਿ ਜੋ ਪ੍ਰੋਡਕਸ਼ਨ ਪ੍ਰਕਿਰਿਆ ਹੈ ਉਸ ਵਿੱਚ ਕੁਝ ਰੁਕਾਵਟਾਂ ਹਨ ਜਿਹਦੇ ਕਰਕੇ ਥੋੜੇ ਸਮੇਂ ਲਈ ਇਨਫਲੇਸ਼ਨ ਜਾਂ ਕੀਮਤਾਂ ਵੱਧ ਸਕਦੀਆਂ ਹਨ। ਇਸ ਨੂੰ ਉਹ ਪੂਰੀ ਤਰ੍ਹਾਂ ਨਾਲ ਮਹਿੰਗਾਈ ਨਹੀਂ ਮੰਨਦੇ। ਦੈਨ ਓਪਨ ਔਰ ਫੁੱਲ ਇਨਫਲੇਸ਼ਨ, ਇਨਕਰੀਜ਼ ਇਨ ਦ ਕੁਆਂਟੀਟੀ ਆਫ ਮਨੀ ਆਫਟਰ ਫੁੱਲ ਇੰਪਲਾਇਮੈਂਟ ਲੀਡਸ ਟੂ ਜਨਰਲ ਪ੍ਰਾਈਸ ਲੈਵਲ ਐਂਡ ਇਟ ਇਜ਼ ਕਾਲਡ ਓਪਨ ਔਰ ਫੁੱਲ ਇਨਫਲੇਸ਼ਨ। ਜਿਸ ਤਰ੍ਹਾਂ ਡਾਇਗਰਾਮ ਦਿਖਾਇਆ ਗਿਆ ਹੈ ਕਿ ਜੇ ਫੁੱਲ ਇੰਪਲਾਇਮੈਂਟ ਆ ਚੁੱਕੀ ਉਸ ਤੋਂ ਬਾਅਦ ਵਿੱਚ ਜੇ ਮੁਦਰਾ ਦੀ ਪੂਰਤੀ ਵੱਧਦੀ ਹੈ ਤਾਂ ਕੀਮਤਾਂ ਲਗਾਤਾਰ ਹੀ ਸਿਰਫ ਕੀਮਤਾਂ ਹੀ ਵਧਣਗੀਆਂ, ਆਊਟਪੁੱਟ ਨਹੀਂ ਵੱਧ ਪਾਏਗੀ। ਸੋ ਇਸ ਨੂੰ ਕੇਨਜ਼ ਓਪਨ ਇਨਫਲੇਸ਼ਨ ਜਾਂ ਫੁੱਲ ਇਨਫਲੇਸ਼ਨ ਕਹਿੰਦੇ ਹਨ। ਸੋ ਪੂਰਨ ਰੁਜ਼ਗਾਰ ਤੋਂ ਪਹਿਲਾਂ ਜੇ ਕੀਮਤਾਂ ਵੱਧਦੀਆਂ ਹਨ ਤਾਂ ਉਸ ਨੂੰ ਉਹ ਸੈਮੀ ਇਨਫਲੇਸ਼ਨ, ਤੇ ਜੋ ਪੂਰਨ ਰੁਜ਼ਗਾਰ ਦੀ ਸਥਿਤੀ ਤੋਂ ਬਾਅਦ ਵਿੱਚ ਜੇ ਮੁਦਰਾ ਦੀ ਪੂਰਤੀ 'ਚ ਵਾਧਾ ਹੋਏਗਾ ਤਾਂ ਇਸ ਦੇ ਨਾਲ ਸਿਰਫ ਤੇ ਸਿਰਫ ਕੀਮਤਾਂ ਹੀ ਵਧਣਗੀਆਂ, ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ। ਤਾਂ ਇਸ ਨੂੰ ਕੇਨਜ਼ ਫੁੱਲ ਇੰਪਲਾਇਮੈਂਟ ਕਹਿ ਰਹੇ ਹਨ। ਨਾਓ ਵੀ ਵਿਲ ਡਿਸਕਸ ਟਾਈਪਸ ਆਫ ਇਨਫਲੇਸ਼ਨ। ਇਹ ਜੋ ਮਹਿੰਗਾਈ ਹੈ ਉਸ ਨੂੰ ਅਸੀਂ ਉਸਦੇ ਕਿਹੜੇ ਪ੍ਰਕਾਰ ਹਨ, ਕਿਹੜੇ ਰੂਪ ਹਨ। ਸੋ ਇਸ ਦੀ ਜੋ ਕਲਾਸੀਫਿਕੇਸ਼ਨ ਹੈ, ਇਸ ਤੇ ਕੋਈ ਛੋਟਾ ਸਵਾਲ ਵੀ ਪੁੱਛਿਆ ਜਾ ਸਕਦਾ ਹੈ। ਸੋ ਕਿਸ ਬੇਸ ਤੇ ਅਸੀਂ ਕਲਾਸੀਫਾਈ ਕਰ ਰਹੇ ਹਾਂ, ਇਹਦੀ ਵਰਗੀਕ੍ਰਿਤ ਕਰ ਰਹੇ ਹਾਂ। ਸੋ ਪਹਿਲਾ ਹੈ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਡਿਗਰੀ ਆਫ ਗਵਰਨਮੈਂਟ ਕੰਟਰੋਲ, ਕਿ ਸਰਕਾਰੀ ਨਿਯੰਤਰਣ ਕਿੰਨਾ ਹੈ ਉਸ ਦੇ ਆਧਾਰ ਦੇ ਉੱਤੇ ਅਸੀਂ ਇਨਫਲੇਸ਼ਨ ਜੋ ਹੈ ਮਹਿੰਗਾਈ ਦੋ ਤਰ੍ਹਾਂ ਦੱਸਦੇ ਹਾਂ, ਓਪਨ ਇਨਫਲੇਸ਼ਨ, ਸਪਰੈਸਡ ਇਨਫਲੇਸ਼ਨ। ਖੁੱਲੀ ਮਹਿੰਗਾਈ ਅਤੇ ਦੱਬੀ ਹੋਈ ਮਹਿੰਗਾਈ। It refers to a situation in which no steps are taken to control rising prices।
ਕਿ ਜਦੋਂ ਕੀਮਤਾਂ ਵਧ ਰਹੀਆਂ ਹਨ ਅਤੇ ਸਰਕਾਰ ਦੁਆਰਾ ਇਸ ਨੂੰ ਕੰਟਰੋਲ ਕਰਨ ਦੇ ਲਈ, ਇਸ ਨੂੰ ਨਿਯੰਤਰਣ ਵਿੱਚ ਰੱਖਣ ਲਈ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਤਾਂ ਇਸ ਨੂੰ ਅਸੀਂ ਖੁੱਲੀ ਮਹਿੰਗਾਈ ਕਹਿੰਦੇ ਹਾਂ। In this situation, prices continue to rise according to the demand and supply conditions. ਸੋ ਇੱਥੇ ਸਰਕਾਰ ਕੋਈ ਹਸਤਕਸ਼ੇਪ ਨਹੀਂ ਕਰ ਰਹੀ ਹੈ, ਕਿਸੇ ਤਰ੍ਹਾਂ ਦੀਆਂ ਕੀਮਤਾਂ ਜੋ ਹੈ ਉਸ ਨੂੰ ਵਧਣ ਤੋਂ ਨਹੀਂ ਰੋਕ ਸਕਦੀ ਜਾਂ ਰੋਕ ਰਹੀ ਹੈ, ਤਾਂ ਇਸ ਨੂੰ ਅਸੀਂ ਓਪਨ ਇਨਫਲੇਸ਼ਨ ਕਹਿੰਦੇ ਹਨ। ਬਹੁਤ ਸਾਰੀਆਂ ਵਸਤੂਆਂ ਜੋ ਹੈ ਸਰਕਾਰ ਉੱਤੇ ਕੋਈ ਕੰਟਰੋਲ ਨਹੀਂ ਕਰਦੀ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਕੱਪੜੇ ਦੀ ਕੀਮਤ ਜੇ ਵੱਧਦੀ ਘਟਦੀ ਹੈ ਜਾਂ ਪੈਟਰੋਲ ਦੀ ਕੀਮਤ ਵੱਧਦੀ ਘਟਦੀ ਹੈ, ਤਾਂ ਇਸ ਤਰ੍ਹਾਂ ਦੀਆਂ ਕਈ ਵਸਤੂਆਂ ਨੇ ਜਿਹਦੇ ਤੇ ਸਰਕਾਰ ਕੋਈ ਜ਼ਿਆਦਾ ਕੰਟਰੋਲ ਨਹੀਂ ਰੱਖਦੀ। ਇਸ ਨੂੰ ਅਸੀਂ ਓਪਨ ਇਨਫਲੇਸ਼ਨ ਕਹਿੰਦੇ ਹਾਂ। ਸਪਰੈਸਡ ਕਿ ਦਬੀ ਹੋਈ, ਇਹ ਉਹ ਮਹਿੰਗਾਈ ਦੀ ਦਰ ਹੈ ਜਾਂ ਮਹਿੰਗਾਈ ਹੈ ਜਿਸ ਵਿੱਚ ਅਸੀਂ ਦੇਖ ਰਹੇ ਹਾਂ ਸਪਰੈਸਡ ਇਨਫਲੇਸ਼ਨ ਰੈਫਰਸ ਟੂ ਅ ਸਿਚੁਏਸ਼ਨ ਇਨ ਵਿਚ ਰਾਈਜ਼ਿੰਗ ਪ੍ਰਾਈਜ਼ਸ ਆਰ ਚੈੱਕਡ ਬਾਈ ਐਡਮਿਨਿਸਟ੍ਰੇਟਿਵ ਮੈਜਰਸ ਲਾਈਕ ਰੈਸ਼ਨਿੰਗ, ਪ੍ਰਾਈਸ ਕੰਟਰੋਲ ਐਟਸੈਟਰਾ। ਕਿ ਕੀਮਤਾਂ ਜੋ ਨਜ਼ਰ ਆ ਰਹੀਆਂ ਹਨ ਅਸਲ ਵਿੱਚ ਇਹ ਕੀਮਤ ਨਹੀਂ ਹੈ। ਇਸ ਕੀਮਤ ਨੂੰ ਸਰਕਾਰ ਨੇ ਕੁਝ ਕਦਮ ਚੁੱਕ ਕੇ ਜਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਕਰਕੇ ਆਪਣੇ ਕਾਬੂ ਵਿੱਚ ਰੱਖਿਆ ਹੋਇਆ ਹੈ। ਅਰਥਾਤ ਕੀਮਤ ਕੁਝ ਹੋਰ ਹੈ, ਕੀਮਤ ਵਧੀ ਹੋਈ ਹੈ, ਕੀਮਤ ਵੱਧ ਚੁੱਕੀ ਹੈ, ਪਰ ਸਰਕਾਰ ਨੇ ਇਹਨਾਂ ਕੀਮਤਾਂ ਨੂੰ ਨਹੀਂ ਵਧਣ ਦਿੱਤਾ ਹੈ, ਇਸ ਨੂੰ ਦਬਾ ਕੇ ਰੱਖਿਆ ਹੋਇਆ ਹੈ। ਸੋ ਇਹ ਵੀ ਇਨਫਲੇਸ਼ਨ ਹੈ, ਬਟ ਇਟ ਇਜ਼ ਸਪਰੈਸਡ, ਕਿ ਦਬੀ ਹੋਈ ਜੋ ਮਹਿੰਗਾਈ ਹੈ, ਕਿ ਇਹ ਸਰਕਾਰ ਨੇ ਇਸ ਦੇ ਉੱਤੇ ਆਪਣਾ ਨਿਯੰਤਰਣ ਕੀਤਾ ਹੋਇਆ ਹੈ। ਅਰਥਾਤ ਜੇਕਰ ਅਸੀਂ ਇਸ ਨੂੰ ਮਾਰਕੀਟ ਤੇ ਛੱਡ ਦਈਏ ਜਾਂ ਬਾਜ਼ਾਰ ਦੀਆਂ ਸ਼ਕਤੀਆਂ ਤੇ ਛੱਡ ਦਈਏ ਤਾਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਏਗਾ ਜਾਂ ਕੀਮਤਾਂ ਬਹੁਤ ਵਧਣਗੀਆਂ, ਪਰ ਇਹ ਕੀਮਤਾਂ ਨੂੰ ਦਬਾ ਕੇ ਰੱਖਿਆ ਗਿਆ ਹੈ ਸਰਕਾਰ ਦੇ ਨਿਯੰਤਰਣ ਦੁਆਰਾ। ਸੋ ਕਿਹਾ ਜਾ ਸਕਦਾ ਹੈ ਕਿ thus prices are checked from rising in the present by the government, but as the controls are lifted in future, price begin to rise rapidly। ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਕਈ ਵੇਲੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਵਗੈਰਾ ਆਉਣ ਵਾਲੇ ਹੁੰਦੇ ਹਨ ਤਾਂ ਸਰਕਾਰ ਉਸ ਵੇਲੇ ਕੀਮਤਾਂ ਨੂੰ ਸਪਰੈਸ ਕਰਕੇ ਰੱਖਦੀ ਹੈ, ਨਹੀਂ ਵਧਣ ਦਿੰਦੀ ਥੋੜੀ ਦੇਰ ਲਈ, ਪਰ ਜਿੱਦਾਂ ਹੀ ਉਹ ਕੰਟਰੋਲ ਜਾਂ ਨਿਯੰਤਰਣ ਹਟਾਇਆ ਜਾਂਦਾ ਹੈ ਤਾਂ ਕੀਮਤਾਂ ਵਿੱਚ ਬਹੁਤ ਬੜੀ ਤੇਜ਼ੀ ਨਾਲ ਵਾਧਾ ਹੁੰਦਾ ਹੈ। ਸੋ ਇਸ ਨੂੰ ਜੋ ਕੁਝ ਇਕੋਨਮਿਸਟ ਇਸ ਨੂੰ ਸਹੀ ਨਹੀਂ ਮੰਨਦੇ। Economists like Milton Friedman and Ham are of the opinion that open inflation is more appropriate than suppressed inflation। ਕਿ ਹਾਮ ਤੇ ਫਰੀਡਮੈਨ ਇਹ ਦੱਸਦੇ ਹਨ ਕਿ ਜੋ ਖੁੱਲੀ ਮਹਿੰਗਾਈ ਹੈ ਉਹ ਦਬੀ ਹੋਈ ਮਹਿੰਗਾਈ ਤੋਂ ਜ਼ਿਆਦਾ ਸਹੀ ਹੈ, ਠੀਕ ਹੈ, ਕਿਉਂਕਿ ਜੋ ਕੀਮਤਾਂ ਹਨ ਉਹ ਬਾਜ਼ਾਰ ਦੀਆਂ ਸ਼ਕਤੀਆਂ ਅਨੁਸਾਰ ਹੀ ਤੈਅ ਹੁੰਦੀਆਂ ਹਨ, ਨਾ ਕਿ ਸਰਕਾਰ ਦੁਆਰਾ ਦਬਾ ਕੇ ਰੱਖੀਆਂ ਜਾਂਦੀਆਂ ਹਨ। It is so because under suppressed inflation due to rationing and price control, evil like black market, corruption and bribery crop up and resources are inequitably distributed। ਕਿ ਜਦ ਦਬੀ ਹੋਈ ਜੋ ਮਹਿੰਗਾਈ ਹੈ ਉਸ ਵਿੱਚ ਕਿਉਂਕਿ ਕੀਮਤਾਂ ਸਰਕਾਰ ਦੁਆਰਾ ਆਰਟੀਫਿਸ਼ੀਅਲ ਤਰੀਕੇ ਨਾਲ ਦਬਾ ਕੇ ਰੱਖੀਆਂ ਗਈਆਂ ਹਨ ਕਿ ਜੋ ਇਹ ਉਹ ਕੀਮਤ ਨਹੀਂ ਹੈ ਜੋ ਬਾਜ਼ਾਰ ਦੀਆਂ ਸ਼ਕਤੀਆਂ ਦੁਆਰਾ ਤੈਅ ਕੀਤੀ ਜਾਏ, ਤਾਂ ਇਸ ਦੇ ਵਿੱਚ ਹੁੰਦਾ ਇਹ ਹੈ ਕਿ ਜੋ ਕੀਮਤ ਸਰਕਾਰ ਨੇ ਦਬਾ ਕੇ ਰੱਖੀ ਹੈ ਉਸ ਕੀਮਤ ਤੇ ਹੋ ਸਕਦਾ ਹੈ ਵਸਤੂਆਂ ਨਾ ਮਿਲਣ, ਤੇ ਜਿਹਦੇ ਨਾਲ ਜੋ ਕਾਲਾ ਬਾਜ਼ਾਰੀ ਜਾਂ ਭ੍ਰਿਸ਼ਟਾਚਾਰ ਜਾਂ ਇਸ ਤਰ੍ਹਾਂ ਰਿਸ਼ਵਤਖੋਰੀ ਆਦਿ ਵਿੱਚ ਵਾਧਾ ਹੋਏਗਾ, ਤੇ ਇਸ ਦੇ ਨਾਲ ਜੋ ਸਾਧਨਾਂ ਦੀ ਵੰਡ ਹੈ ਉਸ ਦੇ ਵਿੱਚ ਹੋਰ ਜੋ ਹੈ ਇਨਇਕੁਐਲਿਟੀ ਜਾਂ ਅਸਮਾਨਤਾ ਆਏਗੀ, ਕਿਉਂਕਿ ਗਰੀਬ ਲੋਕਾਂ ਨੂੰ ਜੋ ਹੈ ਉਹ ਕੀਮਤ ਬਹੁਤ ਜ਼ਿਆਦਾ ਦੇਣੀ ਪਏਗੀ, ਅਤੇ ਕਰਪਸ਼ਨ ਜਾਂ ਜੋ ਹੈ ਰਿਸ਼ਵਤਖੋਰੀ ਕਰਕੇ ਜੋ ਹੈ ਸਾਧਨਾਂ ਦਾ ਸਹੀ ਇਸਤੇਮਾਲ ਨਹੀਂ ਹੈ, ਅਤੇ ਜੋ ਧਨ ਦੀ ਵੰਡ ਹੈ ਉਸ ਵਿੱਚ ਹੋਰ ਅਸਮਾਨਤਾ ਹੋਏਗੀ। ਸੋ ਇਸ ਤਰ੍ਹਾਂ ਅਰਥਸ਼ਾਸਤਰੀਆਂ ਦਾ ਇਹ ਜੋ ਵਿਚਾਰ ਹੈ ਕਿ ਸਰਕਾਰ ਕਿਸੇ ਸਮੇਂ ਜਦੋਂ ਕੁਝ ਕਾਰਨਾਂ ਕਰਕੇ ਕੀਮਤਾਂ ਨੂੰ ਦਬਾ ਕੇ ਰੱਖ ਰਹੀ ਹੈ ਜਾਂ ਕੀਮਤਾਂ ਤੇ ਕਾਬੂ ਕਰ ਰਹੀ ਹੈ ਜੋ ਕਿ ਬਾਜ਼ਾਰ ਦੀਆਂ ਸ਼ਕਤੀਆਂ ਅਨੁਸਾਰ ਤੈਅ ਨਹੀਂ ਹੋ ਰਹੀਆਂ, ਤਾਂ ਇਸ ਨੂੰ ਉਹ ਸਹੀ ਨਹੀਂ ਸਮਝਦੇ। ਦੈਨ ਵੀ ਹੈਵ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਟਾਈਮ, ਕਿ ਸਮੇਂ ਦੇ ਅਨੁਸਾਰ ਕਿ ਸਮਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਉਹਦੇ ਅਨੁਸਾਰ ਕੀਮਤਾਂ ਕਿਸ ਤਰ੍ਹਾਂ ਵੱਧ ਘਟ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਹੈ ਵਾਰ ਟਾਈਮ ਇਨਫਲੇਸ਼ਨ, ਕਿ ਜਦੋਂ ਜੰਗ ਲੱਗੀ ਹੈ ਤਾਂ ਜੰਗ ਦੇ ਸਮੇਂ ਸਰਕਾਰ ਦਾ ਖਰਚਾ ਜੋ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਜੋ ਜੰਗ ਜਿੱਤਣੀ ਹੈ, ਸੋ ਜਾਂ ਦੇਸ਼ ਦੀ ਸੁਰੱਖਿਆ ਦੀ ਗੱਲ ਹੈ, ਤਾਂ ਉਸ 'ਤੇ ਕਾਫੀ ਜ਼ਿਆਦਾ ਖਰਚਾ ਸਰਕਾਰ ਦੁਆਰਾ ਕੀਤਾ ਜਾਂਦਾ ਹੈ, ਅਤੇ ਜਿਸ ਦੇ ਨਾਲ ਜੋ ਪ੍ਰੋਡਕਸ਼ਨ ਹੈ ਜਾਂ ਜੋ ਸਪਲਾਈ ਹੈ ਵਸਤੂਆਂ ਦੀ ਉਹ ਘਟ ਜਾਂਦੀ ਹੈ, ਜਿਹਦੇ ਕਰਕੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਪਰ ਇਸ ਨੂੰ ਸਧਾਰਨ ਹਾਲਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਧਾਰਨਤਾ ਜੋ ਜੰਗ ਨਹੀਂ ਲੱਗੀ ਰਹਿੰਦੀ। ਇਸ ਤੋਂ ਬਾਅਦ ਹੈ ਪੋਸਟ ਵਾਰ ਇਨਫਲੇਸ਼ਨ, ਕਿ ਜੰਗ ਤੋਂ ਬਾਅਦ ਵਾਲੀ ਮਹਿੰਗਾਈ, ਕਿ ਜਦੋਂ ਜੰਗ ਖਤਮ ਹੋ ਚੁੱਕੀ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਇੱਕਦਮ ਸਭ ਕੁਝ ਠੀਕ ਹੋ ਜਾਏਗਾ। ਜੋ ਨੁਕਸਾਨ ਹੋਇਆ ਹੈ ਲੜਾਈ ਕਰਕੇ, ਗਵਰਨਮੈਂਟ ਹੈਜ਼ ਟੂ ਸਪੈਂਡ ਲਾਰਜ ਅਮਾਊਂਟ ਔਨ ਰਿਪੇਅਰ ਐਂਡ ਰੀਕਨਸਟਰਕਸ਼ਨ ਆਫ ਡੈਮੇਜ ਪ੍ਰੋਪਰਟੀ ਲਾਈਕ ਬ੍ਰਿਜਸ, ਰੇਲਵੇ ਲਾਈਨ, ਸ਼ਿਪਸ ਐਟਸੈਟਰਾ। ਕਿ ਬਹੁਤ ਸਾਰਾ ਜੋ ਪ੍ਰੋਪਰਟੀ ਦਾ ਜਾਂ ਜੋ ਦੇਸ਼ ਦਾ ਨੁਕਸਾਨ ਹੋਇਆ ਹੈ ਤਾਂ ਉਸ ਦੇ ਉੱਤੇ ਜੋ
ਸਰਕਾਰ ਨੂੰ ਖਰਚਾ ਕਰਨਾ ਪੈਂਦਾ ਹੈ ਬਾਅਦ ਵਿੱਚ, ਤੇ ਪ੍ਰੋਡਕਸ਼ਨ ਇੱਕਦਮ ਨਹੀਂ ਵੱਧ ਪਾਉਂਦੀ ਨੁਕਸਾਨ ਹੋਣ ਕਰਕੇ, ਤੇ ਸਰਕਾਰ ਦਾ ਜੋ ਧਿਆਨ ਹੈ ਪਹਿਲਾਂ ਪੁਨਰ ਨਿਰਮਾਣ ਤੇ ਲੱਗਾ ਹੈ, ਇਸ ਕਰਕੇ ਕੀਮਤਾਂ ਵਧਣਗੀਆਂ। ਸੈਕੰਡਲੀ, ਟੈਕਸਿਸ ਲੈਵਿਡ ਡਿਊਰਿੰਗ ਵਾਰ ਆਰ ਅਬੋਲਿਸ਼ਡ ਐਂਡ ਲੋਨਸ ਟੇਕਨ ਫਰੋਮ ਪਬਲਿਕ ਆਰ ਰੀਪੇਡ। ਕਿ ਜੰਗ ਜਦੋਂ ਖਤਮ ਹੋ ਗਈ ਹੈ ਤਾਂ ਕਈ ਤਰ੍ਹਾਂ ਦੇ ਕਰ ਜੋ ਸਰਕਾਰ ਨੇ ਲਗਾਏ ਸਨ, ਖਾਸ ਕਰਕੇ ਜੰਗ ਦਾ ਖਰਚਾ ਪੂਰਾ ਕਰਨ ਦੇ ਲਈ, ਉਹ ਘਟਾ ਦਿੱਤੇ ਜਾਂਦੇ ਹਨ, ਅਤੇ ਜੋ ਕਰਜ਼ੇ ਵਗੈਰਾ ਲਏ ਹਨ ਲੋਕਾਂ ਤੋਂ ਉਹ ਵੀ ਸਰਕਾਰ ਵਾਪਸ ਕਰਦੀ ਹੈ। ਅਰਥਾਤ ਲੋਕਾਂ ਦੇ ਹੱਥਾਂ ਵਿੱਚ ਜੋ ਪੈਸਾ ਵਾਪਸ ਆ ਜਾਂਦਾ ਹੈ, ਅਰਥ ਵਿਵਸਥਾ ਦੇ ਵਿੱਚ ਮੁਦਰਾ ਦੀ ਜੋ ਪੂਰਤੀ ਵੱਧ ਜਾਂਦੀ ਹੈ, ਜਿਸ ਦੇ ਕਾਰਨ ਮਨੀ ਸਪਲਾਈ ਤਾਂ ਵੱਧ ਜਾਂਦੀ ਹੈ ਪਰ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਇੱਕਦਮ ਨਹੀਂ ਵੱਧਦੀ, ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। Then peacetime inflation. Underdeveloped countries need large sources for economic planning and development programs. So in order to mobilize sources, government has to resort to deficit financing. ਜੀ ਆਪਾਂ ਜਾਣਦੇ ਹਾਂ ਕਿ ਜੋ ਅਲਪ ਵਿਕਸਿਤ ਦੇਸ਼ ਹਨ ਉੱਥੇ ਵਿਕਾਸ ਕਰਨ ਦੇ ਲਈ ਸਰਕਾਰ ਨੂੰ ਕਾਫੀ ਜ਼ਿਆਦਾ ਜੋ ਹੈ ਆਪਣੇ ਸਾਧਨ ਮੋਬਿਲਾਈਜ਼ ਕਰਨੇ ਪੈਂਦੇ ਹਨ, ਇਕੱਠੇ ਕਰਨੇ ਪੈਂਦੇ ਹਨ, ਜੋ ਸਾਧਨਾਂ ਨੂੰ ਇਸਤੇਮਾਲ ਕਰਦੀ ਹੈ। ਸੋ ਇਹਨਾਂ ਰਿਸੋਰਸਿਸ ਨੂੰ ਜੋ ਕਿ ਸਰਕਾਰ ਦੇ ਕੋਲ ਜਿਨ੍ਹਾਂ ਦੀ ਕਮੀ ਹੈ, ਤਾਂ ਉਹਨਾਂ ਦੇ ਲਈ ਜੋ ਪੈਸਾ ਚਾਹੀਦਾ ਹੈ ਡੈਫਿਡ ਫਾਈਨਾਂਸਿੰਗ ਦੇ ਥਰੂ, ਘਾਟੇ ਦੀ ਵਿੱਤ ਅਵਸਥਾ ਦੁਆਰਾ ਜਿਹੜਾ ਹੈ ਉਹ ਸਰਕਾਰ ਇਸ ਤਰ੍ਹਾਂ ਇਸ ਘਾਟੇ ਨੂੰ ਪੂਰਾ ਕਰਦੀ ਹੈ ਬਾਅਦ ਵਿੱਚ ਨਵੇਂ ਨੋਟ ਛਾਪ ਕੇ ਜਾਂ ਕਰਜ਼ਾ ਲੈ ਕੇ। ਸੋ ਇਹਦੇ ਨਾਲ ਵੀ ਲੋਕਾਂ ਦੇ ਵਿੱਚ ਜੋ ਪੂਰਤੀ ਹੈ ਕਿ ਮੁਦਰਾ ਦੀ ਪੂਰਤੀ ਉਸ ਵਿੱਚ ਵਾਧਾ ਹੁੰਦਾ ਹੈ, ਤੇ ਜਿਸ ਦੀ ਵਜ੍ਹਾ ਕਰਕੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਕਿਉਂਕਿ ਇਹ ਜੋ ਪ੍ਰੋਜੈਕਟ ਹਨ ਪਲੈਨਿੰਗ ਦੇ, ਡਿਵੈਲਪਮੈਂਟ ਦੇ, ਇਹ ਬਹੁਤ ਵੱਡੇ ਪ੍ਰੋਜੈਕਟ ਹੁੰਦੇ ਹਨ ਜਿਨ੍ਹਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ। ਸੋ ਸਰਕਾਰ ਦਾ ਖਰਚਾ ਤੇ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਕਹਿ ਰਹੇ ਹਾਂ ਕਿ ਜੇ ਸਰਕਾਰ ਕੋਈ ਰੇਲਵੇ ਬ੍ਰਿਜ ਬਣਾ ਰਹੀ ਹੈ ਜਾਂ ਕੋਈ ਜੋ ਹੈ ਪਾਵਰ ਐਂਡ ਇਰੀਗੇਸ਼ਨ ਦੇ ਪ੍ਰੋਜੈਕਟ ਨੇ, ਜਿਸ ਤਰ੍ਹਾਂ ਕਿ ਸਿੰਚਾਈ ਦੇ ਲਈ ਜਾਂ ਬਿਜਲੀ ਪੈਦਾ ਕਰਨ ਦੇ ਲਈ ਡੈਮ ਵਗੈਰਾ ਬਣਾਏ ਜਾਂਦੇ ਹਨ, ਤਾਂ ਹੋਰ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰੋਜੈਕਟ ਜਿਨ੍ਹਾਂ ਨੂੰ ਕਾਫੀ ਲੰਬਾ ਸਮਾਂ ਲੱਗਦਾ ਹੈ ਤੇ ਕਾਫੀ ਜ਼ਿਆਦਾ ਪੈਸਾ ਖਰਚ ਹੁੰਦਾ ਹੈ। ਸੋ ਸਰਕਾਰ ਦੁਆਰਾ ਇਹ ਖਰਚਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਘਾਟੇ ਦੀ ਵਿੱਤ ਅਵਸਥਾ, ਉਹਦੇ ਵਿੱਚ ਵੀ ਸਰਕਾਰ ਚਾਹੇ ਨਵੇਂ ਨੋਟ ਛਾਪਦੀ ਹੈ ਜਾਂ ਲੋਕਾਂ ਤੋਂ ਕਰਜ਼ੇ ਲੈਂਦੀ ਹੈ ਜਾਂ ਜਿਸ ਵੀ ਤਰੀਕੇ ਨਾਲ ਆਪਣਾ ਘਾਟਾ ਪੂਰਾ ਕਰਦੀ ਹੈ, ਤੇ ਇਸ ਦੇ ਨਾਲ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ ਹੌਲੀ ਹੌਲੀ, ਅਤੇ ਜੋ ਕੀਮਤਾਂ ਹੈ ਉਹ ਵਧਦੀਆਂ ਹਨ। ਇਸ ਨੂੰ ਅਸੀਂ ਪੀਸ ਟਾਈਮ ਇਨਫਲੇਸ਼ਨ ਕਹਿ ਰਹੇ ਹਾਂ, ਕਿ ਜੋ ਕਿ ਸ਼ਾਂਤੀ ਦੇ ਸਮੇਂ ਡਿਵੈਲਪਮੈਂਟ ਦੇ ਕੰਮਾਂ ਕਰਕੇ ਜੋ ਸਰਕਾਰ ਖਰਚੇ ਕਰ ਰਹੀ ਹੈ, ਉਸ ਨਾਲ ਲੋਕਾਂ ਦੇ ਹੱਥਾਂ ਵਿੱਚ ਪੈਸਾ ਤੇ ਆ ਰਿਹਾ ਹੈ, ਪਰ ਇੱਕਦਮ ਕੀਮਤਾਂ ਜੋ ਹੈ ਉਹ ਵੱਧ ਜਾਣਗੀਆਂ, ਕਿਉਂਕਿ ਜੋ ਆਊਟਪੁੱਟ ਹੈ ਜਾਂ ਪੂਰਤੀ ਉਸ ਵਿੱਚ ਜਲਦੀ ਵਾਧਾ ਨਹੀਂ ਹੋ ਪਾਉਂਦਾ, ਇਸ ਕਰਕੇ ਵੀ ਕੀਮਤਾਂ ਵਧਦੀਆਂ ਹਨ। ਇਸ ਨੂੰ ਪੀਸ ਟਾਈਮ ਇਨਫਲੇਸ਼ਨ ਕਿਹਾ ਜਾ ਰਿਹਾ ਹੈ, ਸ਼ਾਂਤੀ ਦੇ ਸਮੇਂ ਦੀ ਮਹਿੰਗਾਈ। ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਰੇਟ ਆਫ ਇਨਫਲੇਸ਼ਨ, ਕਿ ਕੀਮਤਾਂ ਵਿੱਚ ਵਾਧਾ ਕਿਸ ਦਰ ਵਿੱਚ ਹੋ ਰਿਹਾ ਹੈ, ਉਸ ਦੇ ਆਧਾਰ ਦੇ ਉੱਤੇ ਕੀਮਤਾਂ ਨੂੰ ਜਾਂ ਮੁਦਰਾ ਸਫੀਤੀ ਜੋ ਹੈ ਮਹਿੰਗਾਈ ਦੀ ਦਰ ਹੈ ਉਸ ਨੂੰ ਕਿਸ ਤਰ੍ਹਾਂ ਵਰਗੀਕ੍ਰਿਤ ਕੀਤਾ ਗਿਆ ਹੈ। ਕ੍ਰੀਪਿੰਗ ਇਨਫਲੇਸ਼ਨ, ਰੇਂਗਦੀ ਹੋਈ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਬੱਚਾ ਜੋ ਹੈ ਪਹਿਲਾਂ ਉਹ ਰੇਂਗਦਾ ਹੈ, ਕ੍ਰੀਪ ਕਰਦਾ ਹੈ ਜਾਂ ਕਰੋਲਿੰਗ ਕਰਦਾ ਹੈ, ਉਸ ਉੱਦਾਂ ਦੀ ਐਗਜ਼ਾਮਪਲ ਲਈ ਗਈ ਹੈ। ਫਿਰ ਉਹ ਤੁਰਨ ਲੱਗ ਪੈਂਦਾ ਹੈ, ਫਿਰ ਉਹ ਦੌੜਦਾ ਹੈ ਆਦਿ। ਉਸ ਨੂੰ ਹੀ ਇਹਦੇ ਵਿੱਚ ਜੋ ਹੈ ਉਸ ਬੇਸ ਦੇ ਉੱਤੇ ਕਿਹਾ ਗਿਆ ਹੈ ਕਿ ਰੇਟ ਆਫ ਇਨਫਲੇਸ਼ਨ ਕੀ ਹੈ। Creeping inflation, it refers to that inflation wherein prices rise very slowly. ਕਿ ਉੱਦਾਂ ਦੀ ਇਨਫਲੇਸ਼ਨ ਹੈ ਰੇਂਗਦੀ ਹੋਈ, ਜਿਸ ਦੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਪਰ ਬਹੁਤ ਥੋੜਾ। ਜਿਸ ਤਰ੍ਹਾਂ ਕਿਹਾ ਗਿਆ ਹੈ ਕਿ such an inflation is not detrimental to the economy, ਕਿ ਇੱਦਾਂ ਦਾ ਜੋ ਮਹਿੰਗਾਈ ਹੈ ਉਹ ਅਰਥ ਵਿਵਸਥਾ ਲਈ ਕੋਈ ਜ਼ਿਆਦਾ ਇਸ ਦਾ ਕੋਈ ਖਤਰਾ ਨਹੀਂ ਹੈ, ਇਹ ਕੋਈ ਇਸ ਦਾ ਕੋਈ ਨੁਕਸਾਨ ਨਹੀਂ ਹੈ। ਰਾਦਰ ਇਸ ਨੂੰ ਅਰਥ ਵਿਵਸਥਾ ਲਈ ਬੈਨੀਫੀਸ਼ੀਅਲ ਕਿਹਾ ਗਿਆ ਹੈ, ਕਿਉਂਕਿ ਇਸ ਦਾ ਅਰਥ ਹੈ ਕਿ ਡਿਮਾਂਡ ਹੈ ਵਸਤੂਆਂ ਦੇ ਲਈ, ਜੋ ਹੈ ਮੰਗ ਲੋਕ ਕਰ ਰਹੇ ਹਨ, ਜਿਸ ਕਰਕੇ ਕੀਮਤਾਂ ਥੋੜ੍ਹੀਆਂ ਵੱਧ ਰਹੀਆਂ ਹਨ, ਜਿਸ ਨੂੰ ਕਿ 3% ਦੇ ਆਸ-ਪਾਸ ਕਿਹਾ ਗਿਆ ਹੈ ਕਿ ਜੇ 3% ਦੇ ਆਸ-ਪਾਸ ਕੀਮਤਾਂ ਵੱਧ ਰਹੀਆਂ ਹਨ ਤਾਂ ਇਹ ਕੋਈ ਜ਼ਿਆਦਾ ਮਾੜੀ ਗੱਲ ਨਹੀਂ ਹੈ। ਇਸ ਨੂੰ ਚੰਗਾ ਸਮਝਿਆ ਜਾਂਦਾ ਹੈ, ਕਿਉਂਕਿ ਇਸ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਇਹ ਇੱਕ ਸਿਗਨਲ ਹੈ ਕਿ ਡਿਮਾਂਡ ਹੈ ਵਸਤੂਆਂ ਅਤੇ ਸੇਵਾਵਾਂ ਦੇ ਲਈ, ਲੋਕ ਪੈਸਾ ਖਰਚ ਕਰਨਾ ਚਾਹੁੰਦੇ ਹਨ, ਅਤੇ ਜਿਸ ਦੇ ਨਾਲ ਉਤਪਾਦਨ ਵਿੱਚ ਵਾਧਾ ਹੋਏਗਾ, ਅਰਥ ਵਿਵਸਥਾ ਤੇ ਇਸ ਦਾ ਅੱਛਾ ਅਸਰ ਪਏਗਾ। ਸੋ ਇੱਦਾਂ ਦੀਆਂ ਕੀਮਤਾਂ ਵਧਣਾ ਕੋਈ ਜ਼ਿਆਦਾ ਨੁਕਸਾਨਦਾਇਕ ਨਹੀਂ ਹੈ, ਜਿਸ ਨੂੰ ਕ੍ਰੀਪਿੰਗ ਇਨਫਲੇਸ਼ਨ ਕਿਹਾ ਗਿਆ ਹੈ। ਦੈਨ ਵਾਕਿੰਗ ਇਨਫਲੇਸ਼ਨ, when price rise becomes intense and quantum of inflation gain momentum is called walking inflation। ਕਿ ਹੁਣ ਜੋ ਕੀਮਤਾਂ ਥੋੜੀਆਂ ਵੱਧ ਰਹੀਆਂ ਸਨ ਜਾਂ ਕ੍ਰੀਪਿੰਗ ਜਾਂ ਰੇਂਗਦੀ ਹੋਈ ਮਹਿੰਗਾਈ ਸੀ, ਉਹ ਹੁਣ ਤੁਰਨ ਲੱਗ ਪਈ, ਅਰਥਾਤ ਹੁਣ ਉਹਦੇ ਵਿੱਚ ਵਾਧਾ ਹੋ ਰਿਹਾ ਹੈ, ਉਹਦੇ ਵਿੱਚ ਹੌਲੀ ਵਾਧਾ ਕਾਫੀ ਜੋ ਹੈ ਉਹ ਉਸਦਾ ਰੇਟ ਵੱਧ ਰਿਹਾ ਹੈ।
ਵੈਨ ਓਵਰ ਅ ਡੈਕੇਡ ਪ੍ਰਾਈਸ ਰਾਈਜ਼ ਬਿਟਵੀਨ 30 ਐਂਡ 40%, ਅਰਥਾਤ ਕਿ ਜੇ ਅਸੀਂ ਕਹਿ ਦਈਏ ਕਿ ਜੋ ਕੀਮਤਾਂ ਹੈ ਉਹ 4 5 ਜਾਂ 6-7% ਦੇ ਵੱਧ ਰਹੀਆਂ ਨੇ, ਇਸ ਤਰ੍ਹਾਂ ਕਿ ਅਜੇ ਡਬਲ ਡਿਜਿਟ ਤਾਂ ਨਹੀਂ ਪਹੁੰਚੀ ਮਹਿੰਗਾਈ, ਪਰ ਇਹ ਕੀਮਤਾਂ ਜਿਸ ਤਰ੍ਹਾਂ ਕਿ ਓਵਰ ਅ ਡੈਕੇਡ ਕਿ 10 ਸਾਲਾਂ ਦੇ ਵਕਫੇ ਦੇ ਵਿੱਚ ਦੇ 30 ਤੋਂ 40% ਕੀਮਤਾਂ ਵਿੱਚ ਵਾਧਾ ਹੁੰਦਾ ਤਾਂ ਇਸ ਨੂੰ ਵਾਕਿੰਗ ਇਨਫਲੇਸ਼ਨ ਕਿਹਾ ਗਿਆ ਹੈ। ਦੈਨ ਰਨਿੰਗ ਇਨਫਲੇਸ਼ਨ, ਵੈਨ ਦੇਰ ਇਜ਼ a rapid increase in prices in a very short period, it is called running inflation, ਕਿ ਥੋੜੇ ਸਮੇਂ ਦੇ ਵਿੱਚ ਹੀ ਕੀਮਤਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਂਦਾ ਹੈ। In this case, rate of inflation is between 80 and 100% over a decade, ਕਿ 10 ਸਾਲਾਂ ਦੇ ਵਕਫੇ ਦੇ ਵਿੱਚ ਟਾਈਮ ਦੇ ਵਿੱਚ ਜੋ ਕੀਮਤਾਂ 80 ਤੋਂ 100% ਵੱਧ ਗਈਆਂ ਹਨ, ਅਰਥਾਤ ਲਗਭਗ ਦੁਗਣੀ ਕੀਮਤ ਹੋ ਚੁੱਕੀ ਹੈ। ਇਸ ਦਾ ਜੋ ਹੈ ਆਮ ਵਿਅਕਤੀ ਦੀ ਲਾਈਫ ਤੇ ਬੁਰਾ ਅਸਰ ਪੈਂਦਾ ਹੈ, ਤੇ ਜਦੋਂ ਕੀਮਤਾਂ ਇਸ ਰੇਟ ਤੇ ਵਧਣ ਜਾਂ ਮਹਿੰਗਾਈ ਜੋ ਹੈ ਉਹ ਦੌੜਨ ਲੱਗ ਪਏ ਤਾਂ ਇਸ ਦਾ ਅਰਥ ਇਹ ਹੈ ਕਿ ਹੁਣ ਇਹ ਖਤਰੇ ਦੀ ਘੰਟੀ ਇੱਕ ਤਰ੍ਹਾਂ ਨਾਲ ਵੱਜ ਚੁੱਕੀ ਹੈ ਤੇ ਸਰਕਾਰ ਨੂੰ ਇਸ ਨੂੰ ਕਾਬੂ ਕਰਨਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਹਾਲਾਤ ਹੋਰ ਖਰਾਬ ਹੋਣ। ਤੇ ਜੇ ਹਾਲਾਤ ਖਰਾਬ ਹੋ ਜਾਣ, ਕੀਮਤਾਂ ਬਿਲਕੁਲ ਕਾਬੂ 'ਚ ਨਾ ਰਹਿਣ, ਬਹੁਤ ਜ਼ਿਆਦਾ ਵਾਧਾ ਹੋਏਗਾ। ਹਾਈਪਰ ਇਨਫਲੇਸ਼ਨ, ਅਤੀ ਮਹਿੰਗਾਈ, ਕਿ ਇਹ ਇੰਨੀ ਜ਼ਿਆਦਾ ਮਹਿੰਗਾਈ ਹੈ, ਇਟ ਰੈਫਰਸ ਟੂ ਅ ਸਿਚੁਏਸ਼ਨ ਵੈਨ ਪ੍ਰਾਈਜ਼ਸ ਰਾਈਜ਼ ਐਟ ਐਨ ਅਨਐਕਸਪੈਕਟਡ ਰੇਟ, ਕਿ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਕਿ ਕੀਮਤਾਂ ਵਿੱਚ ਕਿੰਨਾ ਵਾਧਾ ਹੋ ਜਾਏਗਾ। ਬਹੁਤ ਜ਼ਿਆਦਾ ਵਾਧਾ ਹੈ, ਬੇਤਹਾਸ਼ਾ ਵਾਧਾ ਜੋ ਹੈ, ਕਿ ਇਸ ਤਰ੍ਹਾਂ ਦੀ ਜਦੋਂ ਸਿਚੁਏਸ਼ਨ ਆ ਜਾਏਗੀ ਤਾਂ ਇਸ ਨੂੰ ਕਿਹਾ ਜਾਂਦਾ ਹੈ ਕਿ ਹੁਣ ਅਰਥ ਵਿਵਸਥਾ ਜਿਹੜੀ ਹੈ ਆਊਟ ਆਫ ਗੀਅਰ ਹੈ, ਇਹਦੇ ਵਿੱਚ ਅਰਥ ਵਿਵਸਥਾ ਤੇ ਕੋਈ ਕੰਟਰੋਲ ਨਹੀਂ ਰਿਹਾ। ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਮਤਾਂ ਵਿੱਚ ਹੋਰ ਕਿੰਨਾ ਕੁ ਵਾਧਾ ਹੋਏਗਾ। ਸਭ ਕੁਝ ਜੋ ਹੈ ਉਹ ਬਹੁਤ ਹੀ ਜ਼ਿਆਦਾ ਅਨਐਕਸਪੈਕਟਡ ਰੇਟ ਹੈ, ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਹੋਰ ਕੀਮਤਾਂ ਵਿੱਚ ਕਿੰਨਾ ਵਾਧਾ ਹੋਏਗਾ। ਤੇ ਲੋਕਾਂ ਦਾ ਇੱਦਾਂ ਦੇ ਹਾਲਾਤਾਂ ਵਿੱਚ ਦੇਸ਼ ਦੀ ਕਰੰਸੀ ਹੈ ਜੋ ਉਸਦੇ ਉੱਤੋਂ ਵਿਸ਼ਵਾਸ ਉੱਠ ਜਾਂਦਾ ਹੈ। ਇਹ ਅਰਥ ਵਿਵਸਥਾ ਦੇ ਲਈ ਬਹੁਤ ਹੀ ਬੁਰਾ ਦੌਰ ਸਮਝਿਆ ਜਾਏਗਾ। ਜਿਸ ਤਰ੍ਹਾਂ ਕਿ ਜਰਮਨੀ ਵਿੱਚ 1932 ਵਿੱਚ ਕਿਹਾ ਗਿਆ ਸੀ ਕਿ ਇੱਦਾਂ ਦੇ ਹਾਲਾਤ ਬਣੇ ਸਨ ਕਿ ਲੋਕਾਂ ਦਾ ਬਿਲਕੁਲ ਜੋ ਕੌਨਫੀਡੈਂਸ ਸੀ ਜਰਮਨ ਕਰੰਸੀ ਵਿੱਚ, ਜੋ ਉਹਨਾਂ ਦਾ ਵਿਸ਼ਵਾਸ ਸੀ, ਉਹ ਖਤਮ ਹੋ ਗਿਆ। ਐਟ ਵਨ ਟਾਈਮ ਪ੍ਰਾਈਜ਼ਸ ਰੋਜ਼ 1 ਮਿਲੀਅਨ ਟਾਈਮਸ, ਕਿ ਇੰਨੇ ਜ਼ਿਆਦਾ ਇੱਕ ਸਾਲ ਦੇ ਵਿੱਚ ਹੀ ਕੀਮਤਾਂ 10 ਲੱਖ ਜਾਂ 1 ਮਿਲੀਅਨ ਟਾਈਮਸ ਲਗਾਤਾਰ, ਇਹਦਾ ਮਤਲਬ ਰੋਜ਼ ਹੀ ਕੀਮਤਾਂ ਉਹ ਜੋ ਵੱਧ ਘਟ ਰਹੀਆਂ ਸਨ, ਤੇ ਇੰਨੀਆਂ ਜ਼ਿਆਦਾ ਕਿ ਜੋ ਲੋਕਾਂ ਦਾ ਵਿਸ਼ਵਾਸ ਸੀ ਉਹ ਜਰਮਨ ਕਰੰਸੀ ਤੋਂ ਉੱਠ ਗਿਆ। ਇੱਦਾਂ ਦੀ ਇਨਫਲੇਸ਼ਨ ਜਿਹੜੀ ਹੈ ਉਹ ਗੈਲੋਪਿੰਗ, ਜਾਂ ਇਸ ਤੋਂ ਬਾਅਦ ਵਿੱਚ ਜੋ ਆਪਾਂ ਦੱਸ ਰਹੇ ਹਾਂ ਹਾਈਪਰ ਇਨਫਲੇਸ਼ਨ, ਰਨਿੰਗ ਤੋਂ ਬਾਅਦ ਵਿੱਚ ਹਾਈਪਰ ਇਨਫਲੇਸ਼ਨ ਆਉਂਦੀ ਹੈ, ਤਾਂ ਇਹ ਉਹ ਇਨਫਲੇਸ਼ਨ ਹੈ ਜਿਸ ਨੂੰ ਕਿ ਮਾਪਿਆ ਵੀ ਨਹੀਂ ਜਾ ਸਕਦਾ, ਇੰਨੀ ਜ਼ਿਆਦਾ। ਜਦ ਕਿ ਆਪਾਂ ਦੇਖਦੇ ਹਾਂ ਕਿ ਜੋ ਕ੍ਰੀਪਿੰਗ, ਵਾਕਿੰਗ, ਰਨਿੰਗ, ਗੈਲੋਪਿੰਗ ਵਗੈਰਾ ਜੋ ਹੈ ਇਹ ਤੇ ਅਸੀਂ ਮਾਪ ਸਕਦੇ ਹਾਂ, ਬਟ ਹਾਈਪਰ ਇਨਫਲੇਸ਼ਨ ਜੋ ਹੈ ਮਾਪਣੀ ਵੀ ਮੁਸ਼ਕਿਲ ਹੈ। ਕੀਮਤਾਂ ਵਿੱਚ ਬਹੁਤ ਜ਼ਿਆਦਾ ਬੇਤਹਾਸ਼ਾ ਵਾਧਾ ਹੈ। ਇਸ ਦਾ ਅਰਥ ਇਹ ਹੈ ਕਿ ਅਰਥ ਵਿਵਸਥਾ ਹੁਣ ਜੋ ਹੈ ਉਹ ਬਿਲਕੁਲ ਉਹ ਕਰੰਬਲ ਕਰ ਚੁੱਕੀ ਹੈ। ਅਰਥ ਵਿਵਸਥਾ ਜਿਹੜੀ ਉਹ ਬਿਲਕੁਲ ਤਬਾਹ ਹੋ ਚੁੱਕੀ ਹੈ। ਇਸ ਦੇ ਉੱਤੇ ਕੋਈ ਵੀ ਵਿਸ਼ਵਾਸ ਕਿਸੇ ਦਾ ਨਹੀਂ ਰਹੇਗਾ। ਸੋ ਇਸ ਤਰ੍ਹਾਂ ਅਸੀਂ ਇਹਨੂੰ ਕ੍ਰੀਪਿੰਗ, ਵਾਕਿੰਗ, ਰਨਿੰਗ ਐਂਡ ਹਾਈਪਰ ਇਨਫਲੇਸ਼ਨ ਵੀ ਕਹਿ ਸਕਦੇ ਹਾਂ। ਉਹ ਇਸ ਬੇਸ ਤੇ ਕਿਹਾ ਗਿਆ ਹੈ ਕਿ ਰੇਟ ਆਫ ਇਨਫਲੇਸ਼ਨ ਕੀ ਹੈ। ਦੈਨ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਸਕੋਪ, ਕਿ ਸਕੋਪ ਖੇਤਰ ਕੀ ਹੈ। ਸੈਕਟੋਰਲ ਔਰ ਸਪੋਰੈਡਿਕ ਇਨਫਲੇਸ਼ਨ, ਕਿ ਜਦੋਂ ਇਨਫਲੇਸ਼ਨ ਜੋ ਕੀਮਤਾਂ ਹਨ ਉਹ when inflation affects only a particular part of the country or cover only one or two goods like pulses, petrols etc, ਕਿ ਜੇ ਕੀਮਤਾਂ ਵਿੱਚ ਕਿਸੇ ਖਾਸ ਖੇਤਰ ਦੇ ਵਿੱਚ ਹੀ ਜਾਂ ਕਿਸੇ ਖਾਸ ਅਰਥ ਵਿਵਸਥਾ ਦੇ ਇਲਾਕੇ ਕਿਸੇ ਖਾਸ ਖੇਤਰ ਵਿੱਚ ਹੀ ਵਾਧਾ ਹੋ ਰਿਹਾ ਹੈ, ਜਦਕਿ ਸਾਰੀ ਅਰਥ ਵਿਵਸਥਾ ਪੂਰੇ ਦੇਸ਼ ਦੇ ਵਿੱਚ ਕੋਈ ਕੀਮਤਾਂ ਨਹੀਂ ਵਧ ਰਹੀਆਂ ਹਨ, ਕਿਸੇ ਖਾਸ ਇਲਾਕੇ ਵਿੱਚ ਹੀ ਵਧੀਆਂ ਹਨ, ਜਾਂ ਫਿਰ ਕੁਝ ਖਾਸ ਵਸਤੂਆਂ ਦੇ ਜੋ ਹੈ ਉਹੀ ਕੀਮਤਾਂ ਵਧੀਆਂ ਹਨ, ਕਿ ਇੱਕ ਜਾਂ ਦੋ ਵਸਤੂਆਂ ਦੀ ਕੀਮਤਾਂ ਵਧੀਆਂ ਹਨ, ਜਦਕਿ ਬਾਕੀ ਜ਼ਿਆਦਾਤਰ ਵਸਤੂਆਂ ਦੀ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ। ਤਾਂ ਇਸ ਨੂੰ ਅਸੀਂ ਖੇਤਰੀ ਜਾਂ ਕਦੇ ਕਦੇ ਹੋਣ ਵਾਲੀ ਜੋ ਮਹਿੰਗਾਈ ਕਹਿ ਰਹੇ ਹਾਂ। ਕੰਪਰੀਹੈਂਸਿਵ ਇਨਫਲੇਸ਼ਨ, ਵਿਆਪਕ ਮਹਿੰਗਾਈ, when inflation is not confined to a given part of country or a few good but engulfs the entire country and all goods, ਕਿ ਜਦੋਂ ਮਹਿੰਗਾਈ ਹੈ ਜੋ ਕਿਸੇ ਦੇਸ਼ ਦੇ ਕਿਸੇ ਇੱਕ ਇਲਾਕੇ ਵਿੱਚ ਨਹੀਂ, ਜਦਕਿ ਪੂਰੇ ਦੇਸ਼ ਵਿੱਚ ਕੀਮਤਾਂ ਵਧੀਆਂ ਹਨ, ਅਤੇ ਕੀਮਤਾਂ ਜੋ ਵਧੀਆਂ ਹਨ ਉਹ ਕਿਸੇ ਇੱਕ ਅੱਧੀ ਵਸਤੂਆਂ ਨਹੀਂ ਬਲਕਿ ਸਾਰੀਆਂ ਵਸਤੂਆਂ ਦੀਆਂ ਹੀ ਵਧੀਆਂ ਹਨ, ਤਾਂ ਇਸ ਨੂੰ ਅਸੀਂ ਵਿਆਪਕ ਮਹਿੰਗਾਈ ਕਹਿੰਦੇ ਹਾਂ। ਨੈਕਸਟ ਵੀ ਹੈਵ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਪ੍ਰੋਸੈਸ ਆਫ ਰਾਈਜ਼ ਇਨ ਪ੍ਰਾਈਸ, ਕਿ ਕੀਮਤਾਂ ਵਿੱਚ ਵਾਧਾ ਕਿਉਂ ਹੋਇਆ ਹੈ, ਉਹਦੀ ਪ੍ਰਕਿਰਿਆ ਕੀ ਹੈ, ਉਸ ਦੇ ਆਧਾਰ ਤੇ ਅਸੀਂ ਜੋ ਮਹਿੰਗਾਈ ਉਸ ਨੂੰ ਕਿਸ ਤਰ੍ਹਾਂ ਵਰਗੀਕ੍ਰਿਤ ਕਰਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਹੈ ਵੇਜ ਇੰਡਿਊਸ ਇਨਫਲੇਸ਼ਨ। ਪਾਵਰਫੁਲ ਲੇਬਰ ਆਰਗੇਨਾਈਜੇਸ਼ਨ ਹੈਵ ਸਟਰੋਂਗ ਬਾਰਗੇਨਿੰਗ ਪਾਵਰ vis-a-vis the employers
they succeed in getting their wages increased। ਕਿ ਜਦੋਂ ਜੋ ਲੇਬਰ ਯੂਨੀਅਨ ਹਨ ਜਾਂ ਜੋ ਮਜ਼ਦੂਰ ਸੰਘ ਉਹ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਹਨ, ਕਾਫੀ ਜ਼ਿਆਦਾ ਉਹਨਾਂ ਦੀ ਸ਼ਕਤੀ ਹੈ, ਅਤੇ ਉਹ ਜੋ ਇੰਪਲਾਇਰ ਹੈ ਜਾਂ ਜੋ ਫੈਕਟਰੀ ਦੇ ਮਾਲਕ ਵਗੈਰਾ ਹਨ ਉਹਨਾਂ ਉੱਤੇ ਜ਼ੋਰ ਪਾ ਕੇ ਜੇ ਉਹ ਆਪਣੀਆਂ ਵੇਜਸ ਜੋ ਮਜ਼ਦੂਰੀ ਦਰ ਕਾਫੀ ਜ਼ਿਆਦਾ ਵਧਾ ਲੈਣ ਤਾਂ ਇਸ ਦੇ ਨਾਲ ਉਤਪਾਦਨ ਦੀ ਲਾਗਤ ਵਧ ਜਾਏਗੀ ਅਤੇ ਜਿਸ ਦਾ ਅਸਰ ਕੀਮਤਾਂ 'ਤੇ ਪਏਗਾ। ਸੋ ਜਦੋਂ ਕੀਮਤਾਂ ਵਿੱਚ ਵਾਧਾ ਮਜ਼ਦੂਰੀ ਦੀ ਦਰ ਵਿੱਚ ਵਾਧਾ ਹੋਣ ਕਰਕੇ ਹੋ ਰਿਹਾ, ਜੋ ਕਿ ਲੇਬਰ ਯੂਨੀਅਨ ਵਗੈਰਾ ਜੋ ਹੈ ਉਹ ਉਹਨਾਂ ਕੋਲ ਬਾਰਗੇਨਿੰਗ ਪਾਵਰ, ਸੌਦੇ ਦੀ ਸ਼ਕਤੀ ਜ਼ਿਆਦਾ ਹੈ ਇੱਕ ਤਰ੍ਹਾਂ ਦੇ ਨਾਲ, ਤਾਂ ਉਹ ਮਹਿੰਗਾਈ ਜੋ ਹੈ ਉਹ ਮਜ਼ਦੂਰੀ ਦੀ ਦਰ ਵਿੱਚ ਵਾਧਾ ਹੋਣ ਕਰਕੇ ਹੋਈ ਹੈ। ਤਾਂ ਇਸ ਨੂੰ ਅਸੀਂ ਵੇਜ ਇੰਡਿਊਸਡ ਜਾਂ ਮਜ਼ਦੂਰੀ ਦੀ ਦਰ ਪ੍ਰੇਰਿਤ ਮਹਿੰਗਾਈ ਕਹਿੰਦੇ ਹਾਂ। ਦੈਨ ਪ੍ਰੋਫਿਟ ਇੰਡਿਊਸਡ ਔਰ ਮਾਰਕਅਪ ਇਨਫਲੇਸ਼ਨ, ਕਿ ਇਸ ਤੋਂ ਇਲਾਵਾ ਜੇਕਰ ਕੀਮਤਾਂ ਵਿੱਚ ਵਾਧਾ ਇਸ ਕਰਕੇ ਹੋਏਗਾ ਕਿ ਜੋ ਐਂਟਰਪ੍ਰੇਨਿਓਰ ਹੈ ਉਸਨੇ ਆਪਣਾ ਪ੍ਰੋਫਿਟ ਮਾਰਜਨ ਵਧਾ ਦਿੱਤਾ ਹੈ, ਕਿ ਜੋ ਉਸਨੇ, ਇਸ ਨੂੰ ਆਪਾਂ ਮਾਰਕਅਪ ਕਹਿ ਰਹੇ ਹਾਂ, ਕਿ ਜੇ ਸਪੋਜ਼ ਪਹਿਲਾਂ ਉਹਨਾਂ ਨੇ ਜੋ ਪ੍ਰੋਫਿਟ ਮਾਰਜਨ ਜੋ ਰੱਖਿਆ ਸੀ 5% ਸੀ, ਜੇ ਉਸਨੂੰ ਉਹ 7% ਜਾਂ 8% ਯਾਨੀ ਕਿ ਵਧਾ ਦੇਣਗੇ ਤਾਂ ਉਹ ਕੀਮਤ ਵਿੱਚ ਜੋ ਹੈ ਉਹ ਐਡ ਹੋ ਜਾਏਗਾ, ਕੀਮਤ ਵਿੱਚ ਉਹ ਜੋੜ ਲਿਆ ਜਾਏਗਾ ਅਤੇ ਜਿਸ ਕਰਕੇ ਕੀਮਤਾਂ ਵੱਧ ਜਾਣਗੀਆਂ। ਸੋ ਇਸ ਕਰਕੇ ਇੱਥੇ ਆਪਾਂ ਕੀ ਕਹਿ ਰਹੇ ਹਾਂ ਕਿ ਜਦੋਂ ਪ੍ਰੋਫਿਟ ਮਾਰਜਨ ਜਾਂ ਜੋ ਐਂਟਰਪ੍ਰੇਨਿਓਰ ਨੇ ਉਹ ਆਪਣਾ ਪ੍ਰੋਫਿਟ ਮਾਰਜਨ ਵਧਾ ਲੈਣ ਜਾਂ ਜ਼ਿਆਦਾ ਲਾਭ ਕਮਾਉਣ ਦੇ ਲਈ ਉਹ ਜ਼ਿਆਦਾ ਕੀਮਤ ਤੈਅ ਕਰਨ ਤਾਂ ਇਸ ਨੂੰ ਮਾਰਕਅਪ ਇਨਫਲੇਸ਼ਨ ਜਾਂ ਪ੍ਰੋਫਿਟ ਇੰਡਿਊਸਡ ਇਨਫਲੇਸ਼ਨ ਕਿਹਾ ਗਿਆ ਹੈ। ਕਿ ਉਹ ਕੀਮਤਾਂ ਵਿੱਚ ਜੋ ਵਾਧਾ ਹੋਇਆ ਹੈ ਉਹ ਇਸ ਕਰਕੇ ਹੋਇਆ ਹੈ ਕਿਉਂਕਿ ਜੋ ਉਤਪਾਦਕ ਹਨ ਉਹਨਾਂ ਨੇ ਆਪਣਾ ਜੋ ਲਾਭ ਹੈ, ਲਾਭ ਦੀ ਦਰ ਉਸਨੂੰ ਵਧਾ ਲਿਆ ਹੈ। ਦੈਨ ਡੈਫਿਸਿਟ ਇੰਡਿਊਸਡ ਇਨਫਲੇਸ਼ਨ, ਕਿ ਜੋ ਡੈਫਿਸਿਟ ਫਾਈਨਾਂਸਿੰਗ ਸਰਕਾਰ ਕਰਦੀ ਹੈ, ਘਾਟੇ ਦੀ ਵਿੱਤ ਵਿਵਸਥਾ, ਜਦੋਂ ਘਾਟੇ ਦੀ ਵਿੱਤ ਵਿਵਸਥਾ ਕੀਤੀ ਜਾਂਦੀ ਹੈ ਤਾਂ ਸਰਕਾਰ ਨਵੇਂ ਨੋਟ ਛਾਪਦੀ ਹੈ ਜਾਂ ਕਰਜ਼ੇ ਲੈਂਦੀ ਹੈ। ਦੋਨਾਂ ਹਾਲਾਤਾਂ ਵਿੱਚ ਜੋ ਅਸੀਂ ਦੇਖਾਂਗੇ ਕਿ ਜਦੋਂ ਕਰਜ਼ਾ ਲਿਆ ਹੈ ਤਾਂ ਪੈਸਾ ਵਾਪਸ ਕੀਤਾ ਜਾਏਗਾ ਤਾਂ ਵੀ, ਅਤੇ ਜੇ ਨਵੇਂ ਨੋਟ ਛਾਪੇ ਜਾਣਗੇ ਤਾਂ ਸਿੱਧੇ ਤੌਰ 'ਤੇ ਦੇਸ਼ ਦੇ ਵਿੱਚ ਜੋ ਮੁਦਰਾ ਦੀ ਪੂਰਤੀ ਵਧੇਗੀ, ਜਿਸ ਦੇ ਨਾਲ ਜੋ ਹੈ ਵਸਤੂਆਂ ਅਤੇ ਸੇਵਾਵਾਂ ਦੀ ਜੋ ਸਪਲਾਈ ਹੈ ਉਹ ਇੱਕਦਮ ਨਹੀਂ ਵੱਧ ਪਾਉਂਦੀ। ਸੋ ਮੁਦਰਾ ਦੀ ਪੂਰਤੀ ਤਾਂ ਵੱਧ ਗਈ ਹੈ ਪਰ ਵਸਤੂਆਂ ਅਤੇ ਸੇਵਾਵਾਂ ਦੀ ਪੂਰਤੀ ਨਹੀਂ ਵੱਧਦੀ, ਜਿਸ ਕਰਕੇ ਜੋ ਕੀਮਤਾਂ ਵਿੱਚ ਵਾਧਾ ਹੋ ਜਾਏਗਾ ਤਾਂ ਉਸਨੂੰ ਡੈਫਿਸਿਟ ਇੰਡਿਊਸਡ ਜਾਂ ਜੋ ਘਾਟੇ ਦੀ ਵਿੱਤ ਵਿਵਸਥਾ ਪ੍ਰੇਰਿਤ ਮਹਿੰਗਾਈ ਕਿਹਾ ਜਾਂਦਾ ਹੈ। ਦੈਨ ਸਟੈਗਫਲੇਸ਼ਨ, ਇਸ ਨੂੰ ਇੱਕ ਖਾਸ ਟਰਮ ਜਿਹੜੀ ਹੈ ਛੋਟਾ ਸਵਾਲ ਕੇ ਲਈ ਪੁੱਛ ਲਿਆ ਜਾਂਦਾ ਹੈ ਕਿ ਸਟੈਗਫਲੇਸ਼ਨ ਕੀ ਹੈ। In the post-1970s, a new kind of situation arose in the developed country in the world. These countries on one hand witnessed fall in production and rise in unemployment due to fall in aggregate demand, but on the other hand there was sharp rise in price। ਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਜਦੋਂ ਅਨਇੰਪਲੋਇਮੈਂਟ ਫੈਲੀ ਹੋਏ ਜਾਂ ਉਤਪਾਦਨ ਘਟ ਰਿਹਾ, ਜਾਣੀ ਕਿ ਇੱਕ ਪਾਸੇ ਮੰਦੀ ਦਾ ਦੌਰ ਨਜ਼ਰ ਆ ਰਿਹਾ ਹੈ, ਐਗਰੀਗੇਟ ਡਿਮਾਂਡ ਘਟ ਚੁੱਕੀ ਹੈ, ਪਰ ਇਹ ਹਾਲਾਤਾਂ ਵਿੱਚ ਅਸਲ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਮੰਗ ਗਿਰ ਚੁੱਕੀ ਹੈ, ਮਹਿੰਗਾਈ ਘਟਣੀ ਚਾਹੀਦੀ ਹੈ, ਕੀਮਤਾਂ ਘਟਣੀਆਂ ਚਾਹੀਦੀਆਂ ਹਨ। ਸੋ ਵਿਦ ਦਾ ਫਾਲ ਇਨ ਐਗਰੀਗੇਟ ਡਿਮਾਂਡ ਔਰ ਅਨਇੰਪਲੋਇਮੈਂਟ, ਇਟ ਮੀਨ the situation like recession or depression, there should be a fall in price. But on one hand there was fall in production, there was increase in unemployment, and this was due to fall in aggregate demand, but on the other hand there was sharp rise in price। ਇੱਕ ਪਾਸੇ ਮੰਗ ਘਟ ਚੁੱਕੀ ਹੈ, ਮੰਗ ਗਿਰ ਚੁੱਕੀ ਹੈ, ਕੁੱਲ ਮੰਗ ਘਟ ਚੁੱਕੀ ਹੈ, ਜਿਸ ਦੀ ਵਜ੍ਹਾ ਕਰਕੇ ਉਤਪਾਦਨ ਵੀ ਘਟ ਰਿਹਾ ਹੈ ਅਤੇ ਜੋ ਹੈ ਅਨਇੰਪਲੋਇਮੈਂਟ, ਬੇਰੁਜ਼ਗਾਰੀ ਵੱਧ ਰਹੀ ਹੈ, ਪਰ ਦੂਸਰੇ ਪਾਸੇ ਕੀਮਤਾਂ ਵਿੱਚ ਵਾਧਾ ਹੋ ਰਿਹਾ ਸੀ। ਸੋ ਇਸ ਸਿਚੁਏਸ਼ਨ ਨੂੰ ਜੋ ਹੈ ਸਟੈਗਫਲੇਸ਼ਨ ਕਿਹਾ ਗਿਆ ਹੈ। ਸਟੈਗਫਲੇਸ਼ਨ ਕਰੈਕਟਰਾਈਜ਼ਸ a situation in which on one hand price rise but on the other hand there is no increase in production and employment। ਸੋ ਇੱਦਾਂ ਦੀ ਸਿਚੁਏਸ਼ਨ ਨੂੰ ਸਟੈਗਫਲੇਸ਼ਨ ਦੀ ਸਿਚੁਏਸ਼ਨ ਕਿਹਾ ਗਿਆ ਹੈ। ਸੋ ਇਹ ਇੱਕ ਖਾਸ ਤਰ੍ਹਾਂ ਦੀ ਕਿਸਮ ਬਣ ਜਾਂਦੀ ਮਹਿੰਗਾਈ ਦੀ ਕਿ ਜ਼ਿਆਦਾਤਰ ਜੇ ਕੀਮਤਾਂ ਵੱਧ ਰਹੀਆਂ ਹਨ ਤਾਂ ਹੋ ਸਕਦਾ ਹੈ ਨਾਲ ਨਾਲ ਡਿਮਾਂਡ ਵੱਧ ਰਹੀ ਹੈ, ਜਿਸ ਕਰਕੇ ਕੁਝ ਪ੍ਰੋਡਕਸ਼ਨ ਵੀ ਵਧੀ ਹੈ, ਇੰਪਲੋਇਮੈਂਟ ਹੀ ਵੱਧ ਰਹੀ ਹੈ, ਪਰ ਉਨੀ ਜ਼ਿਆਦਾ ਨਹੀਂ ਜਿੰਨੀ ਕਿ ਡਿਮਾਂਡ ਵਧੀ ਹੈ, ਜਿਸ ਕਰਕੇ ਕੀਮਤਾਂ ਵਧਦੀਆਂ ਹਨ। ਪਰ ਸਟੈਗਫਲੇਸ਼ਨ ਦੇ ਵਿੱਚ ਕੀ ਹੈ, ਡਿਮਾਂਡ ਘਟ ਰਹੀ ਹੈ, ਐਗਰੀਗੇਟ ਡਿਮਾਂਡ ਗਿਰ ਰਹੀ ਹੈ, ਪਰ ਇਸ ਦੇ ਨਾਲ ਕੀਮਤਾਂ ਜੋ ਵੱਧ ਰਹੀਆਂ ਹਨ। ਸੋ ਇੱਕ ਤਰ੍ਹਾਂ ਦਾ ਵਿਰੋਧਾਭਾਸ ਸਮਝਿਆ ਜਾਂਦਾ ਹੈ। ਤਾਂ ਇਸ ਸਿਚੁਏਸ਼ਨ ਨੂੰ ਜੋ ਅਸੀਂ ਜੋ ਸਟੈਗਫਲੇਸ਼ਨ ਕਿਹਾ ਗਿਆ ਹੈ। ਸੋ these are the various types of inflation।